KCGC ਚੈਨਲ ਦੇਖ ਰਹੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵਿੰਦਰ ਕੌਰ ਹੈ ਤੇ ਮੈਂ ਖਾਲਸਾ ਕਾਲਜ ਆਫ ਐਜੂਕੇਸ਼ਨ GT ਰੋਡ ਅੰਮ੍ਰਿਤਸਰ ਵਿਖੇ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ ਤੇ ਜਿਹੜੇ ਵਿਸ਼ੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਉਹ ਹੈ ਭਾਸ਼ਾ ਦੇ ਵਿਕਾਸ ਦੇ ਮਨੋਵਿਗਿਆਨਿਕ ਸਿਧਾਂਤ। ਭਾਸ਼ਾ ਮਨੁੱਖੀ ਜੀਵਨ ਦਾ ਇੱਕ ਅਹਿਮ ਅੰਗ ਹੈ। ਭਾਸ਼ਾ ਅਤੇ ਮਨੁੱਖ ਦੋਵੇਂ ਹੀ ਆਪਣੇ ਵਿਕਾਸ ਲਈ ਇੱਕ ਦੂਸਰੇ ਦੇ ਉੱਤੇ ਅੰਤਰ ਨਿਰਭਰ ਹਨ। ਜੇਕਰ ਅਸੀਂ ਭਾਸ਼ਾ ਦੇ ਵਿਕਾਸ ਦੀ ਗੱਲ ਕਰੀਏ ਸਮਾਜਿਕ ਤੇ ਇਤਿਹਾਸਿਕ ਪਰਿਪੇਖ ਤੋਂ ਤਾਂ ਭਾਸ਼ਾ ਇੱਕ ਲੰਬਾ ਸਫ਼ਰ ਤੈਅ ਕਰਦੇ ਹੋਏ ਆਪਣੇ ਵਰਤਮਾਨ ਸਰੂਪ ਦੇ ਵਿੱਚ ਪਹੁੰਚੀ ਹੈ ਤੇ ਜੇਕਰ ਵਿਅਕਤੀਗਤ ਰੂਪ ਵਿੱਚ ਭਾਸ਼ਾ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਹ ਇੱਕ ਜਟਿਲ ਪ੍ਰਕਿਰਿਆ ਹੈ ਜਿਹੜੀ ਕਿ ਬਹੁਤ ਸਾਰੇ ਤੱਤਾਂ ਦੇ ਉੱਤੇ ਨਿਰਭਰ ਕਰਦੀ ਹੈ। ਅਸਲ ਵਿੱਚ ਭਾਸ਼ਾ ਦਾ ਵਿਕਾਸ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਕਿ ਬੱਚਾ ਜਨਮ ਲੈਂਦਾ ਹੈ ਤੇ ਉਹ ਰੋਣਾ ਸ਼ੁਰੂ ਕਰਦਾ ਹੈ ਤੇ ਹੌਲੀ-ਹੌਲੀ ਉਹ ਆਪਣੇ ਆਲੇ ਦੁਆਲੇ ਉਚਾਰੀਆਂ ਜਾ ਰਹੀਆਂ ਧੁਨੀਆਂ ਨੂੰ ਆਪਣੇ ਉਚਾਰਨ ਅੰਗਾਂ ਰਾਹੀਂ ਉਚਾਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨੂੰ ਕਿ ਅਸੀਂ ਹੁੰਗਾਰੇ ਦੇਣ ਦਾ ਨਾਮ ਕਹਿੰਦੇ ਹਾਂ। ਤੇ ਉਹੀ ਹੁੰਗਾਰੇ 3 ਤੋਂ 4 ਜਾਂ 3 ਤੋਂ 6 ਮਹੀਨੇ ਦੀ ਉਮਰ ਤੱਕ ਬੜਬੜਾਹਟ ਦਾ ਰੂਪ ਧਾਰਨ ਕਰਦੇ ਹਨ, ਜਿਸ ਨੂੰ ਕਿ ਅਸੀਂ ਅੰਗਰੇਜ਼ੀ ਦੇ ਵਿੱਚ ਬੈਬਲਿੰਗ ਕਹਿੰਦੇ ਹਾਂ। ਤੇ 12 ਮਹੀਨੇ ਤੱਕ ਦਾ ਬੱਚਾ ਯਾਨੀ ਕਿ 1 ਸਾਲ ਤੱਕ ਦਾ ਬੱਚਾ ਛੋਟੇ-ਛੋਟੇ ਸ਼ਬਦ ਬੋਲਣੇ ਸ਼ੁਰੂ ਕਰ ਦਿੰਦਾ ਹੈ, ਜਿਵੇਂ ਕਿ ਮਾਮਾ, ਦਾਦਾ, ਪਾਪਾ ਆਦਿ। ਪ੍ਰੋਫੈਸਰ ਸਮਿਥ ਦੀ ਖੋਜ ਦੇ ਅਨੁਸਾਰ 1 ਸਾਲ ਤੱਕ ਦਾ ਬੱਚਾ ਲਗਭਗ 3 ਤੋਂ 4 ਸ਼ਬਦ, 3 ਸਾਲ ਤੱਕ ਦਾ ਬੱਚਾ ਲਗਭਗ 272 ਸ਼ਬਦ ਅਤੇ 5 ਸਾਲ ਤੱਕ ਦਾ ਬੱਚਾ 1072 ਸ਼ਬਦ ਸਿੱਖ ਲੈਂਦਾ ਹੈ ਅਤੇ 6 ਸਾਲ ਤੱਕ ਦਾ ਬੱਚਾ ਇੱਕ ਦਿਨ ਦੇ ਵਿੱਚ 22 ਸ਼ਬਦ ਬੋਲ ਸਕਦਾ ਹੈ, ਕਿਉਂਕਿ ਉਸ ਦੇ ਉਚਾਰਨ ਅੰਗਾਂ ਤੇ ਉਸ ਦਾ ਧੁਨੀਆਂ ਨੂੰ ਪਹਿਚਾਨਣ ਦੀ ਪ੍ਰਤਿਭਾ ਉਹਦੇ ਵਿੱਚ ਪੈਦਾ ਹੋ ਚੁੱਕੀ ਹੁੰਦੀ ਹੈ ਤੇ ਬੱਚਾ ਆਪਣੇ ਆਲੇ ਦੁਆਲੇ ਦੇ ਮਾਹੌਲ ਦੇ ਅਨੁਸਾਰ ਆਪਣੇ ਹਾਵਾਂ ਭਾਵਾਂ ਦੇ ਵਿੱਚ ਤੇ ਆਪਣੇ ਗੱਲਬਾਤ ਕਰਨ ਦੇ ਢੰਗ ਦੇ ਵਿੱਚ ਬਦਲਾਵ ਲੈ ਕੇ ਆਉਣ ਦੇ ਯੋਗ ਹੋ ਚੁੱਕਾ ਹੁੰਦਾ ਹੈ। NCF 2005 ਦੇ ਅਨੁਸਾਰ ਕੋਈ ਵੀ ਬੱਚਾ ਜਦੋਂ ਸਕੂਲ ਜਾਂਦਾ ਹੈ ਤਾਂ ਉਹ ਬਹੁਭਾਸ਼ਾਵਾਦੀ ਹੋ ਕੇ ਹੀ ਜਾਂਦਾ ਹੈ, ਕਿਉਂਕਿ ਉਹ 1 ਨਹੀਂ 2 ਨਹੀਂ 3 ਤੋਂ ਵੀ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਉਸ ਨੂੰ ਹੁੰਦਾ ਹੈ ਜਦੋਂ ਤੱਕ ਉਹ ਸਕੂਲ ਜਾਂਦਾ ਹੈ, ਕਿਉਂਕਿ ਆਪਣੇ ਆਲੇ ਦੁਆਲੇ ਵਿੱਚ ਉਹ ਜਿਹੜੀਆਂ ਵੀ ਭਾਸ਼ਾਵਾਂ ਸੁਣਦਾ ਹੈ ਉਹਨਾਂ ਭਾਸ਼ਾਵਾਂ ਦੇ ਅਨੁਸਾਰ ਉਹਨਾਂ ਨੂੰ ਗ੍ਰਹਿਣ ਕਰਦਾ ਹੈ ਤੇ ਮੌਖਿਕ ਰੂਪ ਵਿੱਚ ਉਚਾਰਨਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਬੱਚੇ ਦੇ ਗਿਆਨ ਦਾ ਪੱਧਰ, ਉਸਦੇ ਮਾਨਸਿਕ ਪੱਧਰ ਅਤੇ ਉਸ ਦੀ ਭਾਸ਼ਾ ਦੇ ਉੱਤੇ ਪਕੜ ਮਜ਼ਬੂਤ ਹੁੰਦੀ ਹੈ, ਉਵੇਂ ਹੀ ਫਿਰ ਉਹ ਭਾਸ਼ਾ ਵਿੱਚ ਰਚਨਾਤਮਕ ਪ੍ਰਵਿਰਤੀਆਂ ਦਾ ਵਿਕਾਸ ਕਰਦਾ ਹੋਇਆ ਅੱਗੇ ਵੱਧਦਾ ਹੈ। ਬਹੁਤ ਸਾਰੇ ਭਾਸ਼ਾ ਮਨੋਵਿਗਿਆਨੀਆਂ ਨੇ ਆਪਣੀਆਂ ਭਾਸ਼ਾ ਦੇ ਵਿਕਾਸ ਸੰਬੰਧੀ ਆਪਣੀਆਂ ਵਿਚਾਰਧਾਰਾਵਾਂ ਦੀ ਪੇਸ਼ਕਾਰੀ ਕੀਤੀ ਹੈ, ਜਿਨ੍ਹਾਂ ਵਿੱਚੋਂ ਅਸੀਂ ਅੱਜ ਮੁੱਖ ਤੌਰ ਤੇ 4 ਪ੍ਰਮੁੱਖ ਸਿਧਾਂਤਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਹੈ FB ਸਕਿਨਰ ਦਾ ਵਿਵਹਾਰਵਾਦੀ ਸਿਧਾਂਤ, ਦੂਸਰਾ ਹੈ ਨੋਮ ਚੋਮਸਕੀ ਦਾ ਸੁਭਾਵਿਕਤਾ ਦਾ ਸਿਧਾਂਤ, ਤੀਸਰਾ ਹੈ ਜੀਨ ਪਿਆਜੇ ਦਾ ਬੁੱਧਮਤਾ ਦਾ ਸਿਧਾਂਤ ਤੇ ਚੌਥਾ ਹੈ ਵਾਈਗੋਸਕੀ ਦਾ ਸਮਾਜਿਕ ਸੰਪਰਕਤਾ ਦਾ ਸਿਧਾਂਤ। ਵਿਵਹਾਰਵਾਦੀ ਮਨੋਵਿਗਿਆਨੀਆਂ ਨੇ ਆਪਣੇ ਜ਼ਿਆਦਾਤਰ ਪ੍ਰਯੋਗ ਜਾਨਵਰਾਂ ਦੇ ਉੱਤੇ ਜਾਂ ਪੰਛੀਆਂ ਦੇ ਉੱਤੇ ਕੀਤੇ ਹਨ ਤੇ ਉਹਨਾਂ ਤੋਂ ਜੋ ਨਤੀਜੇ ਨਿਕਲੇ ਹਨ ਉਹ ਉਹਨਾਂ ਨੇ ਮਨੁੱਖੀ ਵਿਵਹਾਰ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। FB ਸਕਿਨਰ ਦੇ ਅਨੁਸਾਰ ਮਨੁੱਖ ਇੱਕ ਖਾਲੀ ਭਾਂਡੇ ਦੀ ਤਰ੍ਹਾਂ ਹੁੰਦਾ ਹੈ ਤੇ ਉਹ ਸਮਾਜ ਦੇ ਵਿੱਚ ਆ ਕੇ ਭਾਸ਼ਾ ਨੂੰ ਸਿੱਖਦਾ ਹੈ। ਭਾਸ਼ਾ ਦੇ ਵਿਕਾਸ ਦੇ ਵਿੱਚ ਸਕਿਨਰ ਨੇ 3 ਮੁੱਖ ਪੱਖਾਂ ਦੀ ਗੱਲ ਕੀਤੀ ਹੈ, ਜਿਸ ਵਿੱਚ ਹੈ ਸੁਦ੍ਰਿੜੀਕਰਨ, ਅਨੁਕੂਲਨ ਅਤੇ ਅਭਿਆਸ, ਯਾਨੀ ਕਿ ਰੀਇਨਫੋਰਸਮੈਂਟ, ਕੰਡੀਸ਼ਨਿੰਗ ਤੇ ਪ੍ਰੈਕਟਿਸ। ਸਕਿਨਰ ਦੇ ਅਨੁਸਾਰ ਰੀਇਨਫੋਰਸਮੈਂਟ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਸਕਾਰਾਤਮਕ ਤੇ ਦੂਸਰੀ ਹੁੰਦੀ ਹੈ ਨਕਾਰਾਤਮਕ। ਜਦੋਂ ਕੋਈ ਵੀ ਵਿਅਕਤੀ ਇੱਛੁਕ ਵਿਵਹਾਰ ਜਾਂ ਲੋੜੀਂਦੇ ਵਿਵਹਾਰ ਦੇ ਅਨੁਸਾਰ ਵਿਵਹਾਰ ਕਰਦਾ ਹੈ ਤਾਂ ਉਸ ਨੂੰ ਸਕਾਰਾਤਮਕ ਰੀਇਨਫੋਰਸਮੈਂਟ ਮਿਲਦੀ ਹੈ, ਜਿਵੇਂ ਕਿ ਪ੍ਰਸ਼ੰਸਾ ਜਾਂ ਕੋਈ ਇਨਾਮ ਆਦਿ। ਤੇ ਜਦੋਂ ਕੋਈ ਵਿਅਕਤੀ ਜਾਂ ਬੱਚਾ ਇੱਛੁਕ ਵਿਵਹਾਰ ਜਾਂ ਲੋੜੀਂਦੇ ਵਿਵਹਾਰ ਦੇ ਉਲਟ ਵਿਵਹਾਰ ਕਰਦਾ ਹੈ ਤਾਂ ਉਸ ਨੂੰ ਨਕਾਰਾਤਮਕ ਸੁਦ੍ਰਿੜੀਕਰਨ ਮਿਲਦਾ ਹੈ, ਜਿਵੇਂ ਕੋਈ ਡਾਂਟ ਜਾਂ ਗੁੱਸੇ ਭਰੇ ਸ਼ਬਦ ਆਦਿ। ਹੁਣ ਇਹੀ ਸਿਧਾਂਤ ਨੂੰ ਸਕਿਨਰ ਨੇ ਭਾਸ਼ਾ ਦੇ ਵਿਕਾਸ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਅਨੁਸਾਰ ਜਦੋਂ ਬੱਚਾ ਬਹੁਤ ਵਧੀਆ ਤਰੀਕੇ ਨਾਲ ਭਾਸ਼ਾ ਮੌਖਿਕ ਰੂਪ ਦੇ ਵਿੱਚ ਉਚਾਰਦਾ ਹੈ, ਜਿਵੇਂ ਕਿ ਛੋਟਾ ਬੱਚਾ ਕਹਿੰਦਾ ਹੈ ਕਿ ਮਾਂ ਤਾਂ ਮਾਂ ਆਂਦੀ ਹੈ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੇ ਬੱਚੇ ਨੇ ਜਿਹੜਾ ਮੇਰਾ ਨਾਮ ਲਿਆ ਹੈ ਤੇ ਉਸ ਨੂੰ ਪਿਆਰ ਕਰਦੀ ਹੈ, ਦੁਲਾਰਦੀ ਹੈ। ਇਹ ਜਿਹੜਾ ਪਿਆਰ ਤੇ ਦੁਲਾਰ ਹੈ ਉਹ ਬੱਚੇ ਲਈ ਇੱਕ ਤਰ੍ਹਾਂ ਦੇ ਨਾਲ ਪੋਜ਼ਿਟਿਵ ਰੀਇਨਫੋਰਸਮੈਂਟ ਹੈ। ਤੇ ਜੇਕਰ ਦੂਸਰੇ ਪਾਸੇ ਦੇਖੀਏ ਤੇ ਜੇਕਰ ਬੱਚਾ ਜਿਹੜਾ ਹੈ ਉਹ ਇੱਕ ਛੋਟਾ ਜਿਹਾ ਸ਼ਬਦ ਉਚਾਰਦਾ ਹੈ ਮਮ, ਜੇ ਤੇ ਮਾਂ ਖੁਸ਼ ਹੋ ਕੇ ਕਿ ਬੱਚਾ ਪਾਣੀ ਮੰਗ ਰਿਹਾ ਹੈ ਉਸ ਨੂੰ ਪਾਣੀ ਦੇ ਦੇਵੇ ਤੇ ਉਸ ਨੂੰ ਲੱਗੇਗਾ ਕਿ ਪਾਣੀ ਦਾ ਮਤਲਬ ਮਮ ਹੀ ਹੁੰਦਾ ਹੈ ਤੇ ਉਹ ਬਾਰ-ਬਾਰ ਮਮ ਸ਼ਬਦ ਉਚਾਰੇਗਾ, ਜਦਕਿ ਪਾਣੀ ਜਿਹੜਾ ਉਹ ਮਮ ਨਹੀਂ ਹੁੰਦਾ। ਤੇ ਜੇਕਰ ਮਾਂ ਉਸ ਨੂੰ ਪਾਣੀ ਕਹੇ ਕਿ ਪਾਣੀ ਬੋਲਣਾ ਹੈ, ਜੇ ਤੂੰ ਪਾਣੀ ਨਹੀਂ ਬੋਲੇਗਾ ਤੇ ਮੈਂ ਤੈਨੂੰ ਪਾਣੀ ਨਹੀਂ ਦੇਵਾਂਗੀ, ਜੇ ਤੂੰ ਮਮ ਬੋਲੇਗਾ ਤੇ ਤੈਨੂੰ ਪਾਣੀ ਬਿਲਕੁਲ ਨਹੀਂ ਮਿਲੇਗਾ, ਤਾਂ ਫਿਰ ਇੱਕ ਤਰ੍ਹਾਂ ਦੇ ਨਾਲ ਉਸ ਬੱਚੇ ਲਈ ਡਾਂਟ ਹੈ, ਜਿਹੜੇ ਕਿ ਬੱਚੇ ਨੂੰ ਸਮਝ ਆਏਗੀ ਜਾਂ ਉਹਨੂੰ ਡਰ ਹੋਏਗਾ ਕਿ ਜੇਕਰ ਮੈਂ ਆਪਣੀ ਮਾਂ ਦੇ ਕੋਲੋਂ ਪਾਣੀ ਸ਼ਬਦ ਨਹੀਂ ਕਵਾਂਗਾ ਤਾਂ ਉਹ ਮੈਨੂੰ ਪਾਣੀ ਨਹੀਂ ਦੇਵੇਗੀ। ਸੋ ਇਸ ਤਰ੍ਹਾਂ ਇਹ ਜਿਹੜੀ ਨੈਗੇਟਿਵ ਰੀਇਨਫੋਰਸਮੈਂਟ ਹੈ ਇਹ ਵੀ ਬੱਚੇ ਦੇ ਲਈ ਅੱਗੇ ਜਾ ਕੇ ਉਹਦੇ ਵਿਵਹਾਰ ਵਿੱਚ ਤਬਦੀਲੀ ਦਾ ਕਾਰਨ ਬਣਦੀ ਹੈ। FB ਸਕਿਨਰ ਦੇ ਅਨੁਸਾਰ ਜਿੰਨੀ ਦੇਰ ਤੱਕ ਬੱਚਾ ਪੋਜ਼ਿਟਿਵ ਰੀਇਨਫੋਰਸਮੈਂਟ ਲੈਣ ਤੋਂ ਬਾਅਦ ਵੀ
ਜੇਕਰ ਉਸਦੀ ਕੰਡੀਸ਼ਨਿੰਗ ਹੋ ਗਈ ਹੈ, ਕੋਈ ਸ਼ਬਦ ਉਹ ਬਾਰ-ਬਾਰ ਬੋਲੀ ਜਾ ਰਿਹਾ ਤਾਂ ਉਹਦੀ ਕੰਡੀਸ਼ਨਿੰਗ ਹੋ ਜਾਂਦੀ ਹੈ। ਤੇ ਲੇਕਿਨ ਕੰਡੀਸ਼ਨਿੰਗ ਨੂੰ ਵੀ ਅਭਿਆਸ ਦੀ ਜ਼ਰੂਰਤ ਹੈ। ਜੇਕਰ ਅਭਿਆਸ ਨਹੀਂ ਹੋਏਗਾ ਤਾਂ ਉਸਦੀ ਉਸ ਭਾਸ਼ਾ ਦੇ ਉੱਤੇ ਪਰਿਪੱਕਤਾ ਨਹੀਂ ਹੋਏਗੀ, ਤੇ ਜੇਕਰ ਅਭਿਆਸ ਦੇ ਮੌਕੇ ਉਹਨੂੰ ਬਾਰ-ਬਾਰ ਮਿਲਣਗੇ ਤਾਂ ਹੀ ਉਹ ਕੰਡੀਸ਼ਨਿੰਗ ਜਿਹੜੀ ਹੈ ਉਹ ਅੱਗੇ ਜਾ ਕੇ ਉਹਦੇ ਸੁਭਾਅ ਦਾ ਹਿੱਸਾ ਬਣੇਗੀ। ਨਹੀਂ ਤੇ ਕੰਡੀਸ਼ਨਿੰਗ ਬਹੁਤ ਜਲਦ ਦੀ ਕੰਡੀਸ਼ਨਿੰਗ ਹੋ ਜਾਂਦੀ ਹੈ। ਇਹੀ ਹੀ ਸਿਧਾਂਤ ਨੂੰ ਅਸੀਂ ਪੜ੍ਹਨ ਦੇ ਸਮੇਂ ਅਤੇ ਲਿਖਣ ਦੇ ਸਮੇਂ ਵੀ ਲਾਗੂ ਕਰਦੇ ਹਾਂ। ਜਿਵੇਂ ਕਿ ਬੱਚਾ ਬਹੁਤ ਸੋਹਣੀ ਕਵਿਤਾ ਬੋਲਦਾ ਹੈ ਤਾਂ ਜਾ ਕੇ ਉਸਦੇ ਮਾਤਾ ਪਿਤਾ ਜਾਂ ਉਸਦੇ ਅਧਿਆਪਕ ਉਸਨੂੰ ਤਾੜੀਆਂ ਮਰਵਾਉਂਦੇ ਹਨ, ਇਹ ਉਸਦੇ ਲਈ ਇੱਕ ਪ੍ਰਸ਼ੰਸਾ ਹੈ। ਜੇ ਬੱਚਾ ਬਹੁਤ ਸੋਹਣਾ ਲਿਖਦਾ ਹੈ ਤਾਂ ਉਸਨੂੰ ਸਟਾਰ ਜਾਂ ਸਮਾਈਲੀਜ਼ ਮਿਲਦੀਆਂ ਹਨ, ਇਹ ਵੀ ਉਹਦੇ ਲਈ ਇੱਕ ਪੋਜ਼ਿਟਿਵ ਰੀਇਨਫੋਰਸਮੈਂਟ ਹੈ। ਤੇ ਜਦੋਂ ਉਹ ਗਲਤ ਲਿਖਦਾ ਹੈ ਤਾਂ ਉਸਦੇ ਉੱਤੇ ਕ੍ਰਾਸ ਜਾਂ 0 ਨੰਬਰ ਮਿਲਦਾ ਹੈ ਤਾਂ ਉਹ ਉਹਦੇ ਲਈ ਇੱਕ ਤਰ੍ਹਾਂ ਦੇ ਨਾਲ ਨੈਗੇਟਿਵ ਰੀਇਨਫੋਰਸਮੈਂਟ ਹੈ। ਇਸ ਪ੍ਰਕਾਰ ਪੋਜ਼ਿਟਿਵ ਰੀਇਨਫੋਰਸਮੈਂਟ ਤੇ ਨੈਗੇਟਿਵ ਰੀਇਨਫੋਰਸਮੈਂਟ ਦੋਨੋਂ ਹੀ ਭਾਸ਼ਾ ਸਿੱਖਣ ਦੇ ਵਿੱਚ ਸਹਾਈ ਹੁੰਦੇ ਹਨ ਅਤੇ ਭਾਸ਼ਾ ਦੇ ਸਾਰੇ ਕੌਸ਼ਲਾਂ ਦੇ ਵਿੱਚ ਅਸੀਂ ਇਸ ਨਿਯਮ ਨੂੰ ਲਾਗੂ ਕਰ ਸਕਦੇ ਹਾਂ। ਪਰ ਸਕਿਨਰ ਨੂੰ ਵੀ ਬਹੁਤ ਸਾਰੇ ਹੋਰ ਭਾਸ਼ਾ ਮਨੋਵਿਗਿਆਨੀਆਂ ਦੀਆਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਜਿਵੇਂ ਕਿ ਬਾਕੀ ਭਾਸ਼ਾ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਰਫ ਪ੍ਰਸ਼ੰਸਾ ਜਾਂ ਸਜ਼ਾ ਦੇ ਕੇ ਹੀ ਜਿਹੜਾ ਹੈ ਭਾਸ਼ਾ ਦਾ ਵਿਕਾਸ ਨਹੀਂ ਕੀਤਾ ਜਾ ਸਕਦਾ। ਤੇ ਇਸ ਦੇ ਨਾਲ ਸਕਿਨਰ ਨੇ ਸਿਰਫ ਭਾਸ਼ਾ ਸਿੱਖਣ ਦੀ ਪ੍ਰਕਿਰਿਆ ਦਾ ਵਰਣਨ ਕੀਤਾ ਹੈ, ਉਸ ਦਾ ਪ੍ਰੋਡਕਟ ਕੀ ਨਿਕਲ ਕੇ ਆ ਰਿਹਾ ਹੈ ਇਸ ਬਾਰੇ ਸਕਿਨਰ ਨੇ ਕੁਝ ਵੀ ਨਹੀਂ ਦੱਸਿਆ ਹੈ। ਅੱਗੇ ਗੱਲ ਕਰਦੇ ਹਾਂ ਨੋਮ ਚੋਮਸਕੀ ਦੀ ਸੁਭਾਵਿਕਤਾ ਦੇ ਸਿਧਾਂਤ ਦੀ। ਜਿਵੇਂ ਕਿ ਸਕਿਨਰ ਨੇ ਕਿਹਾ ਕਿ ਭਾਸ਼ਾ ਸਿੱਖੀ ਜਾਂਦੀ ਹੈ, ਨੋਮ ਚੋਮਸਕੀ ਨੇ ਕਿਹਾ ਕਿ ਭਾਸ਼ਾ ਸਿੱਖੀ ਨਹੀਂ ਜਾਂਦੀ ਹੈ, ਇਹ ਸੁਭਾਵਿਕ ਰੂਪ ਦੇ ਵਿੱਚ ਹੀ ਇੱਕ ਬੱਚੇ ਦੇ ਅੰਦਰ ਵਿਕਸਿਤ ਹੁੰਦੀ ਹੈ। ਕਿ ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਹ ਭਾਸ਼ਾ ਸਿੱਖਣ ਦੀਆਂ ਖਾਸ ਯੋਗਤਾਵਾਂ ਦੇ ਨਾਲ ਪੈਦਾ ਹੁੰਦਾ ਹੈ ਤੇ ਉਹਨਾਂ ਯੋਗਤਾਵਾਂ ਦੀ ਮਦਦ ਦੇ ਨਾਲ ਹੀ ਉਹ ਭਾਸ਼ਾ ਦਾ ਪ੍ਰਯੋਗ ਕਰਨਾ ਸਿੱਖ ਜਾਂਦਾ ਹੈ। ਜਿਵੇਂ ਕਿ ਇੱਕ ਬੱਚਾ ਜਿਹੜਾ ਹੈ ਉਹ ਚੋਮਸਕੀ ਦੇ ਅਨੁਸਾਰ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਯੰਤਰ ਲੱਗਾ ਹੁੰਦਾ ਹੈ ਜਿਸ ਨੂੰ ਕਿ ਉਸਨੇ ਲੈਂਗੁਏਜ ਐਕੁਜੀਸ਼ਨ ਡਿਵਾਈਸ ਦੇ ਨਾਮ ਦਿੱਤਾ ਹੈ। ਚੋਮਸਕੀ ਦੇ ਅਨੁਸਾਰ ਇਹ ਲੈਂਗੁਏਜ ਐਕੁਜੀਸ਼ਨ ਡਿਵਾਈਸ ਭਾਸ਼ਾ ਦਾ ਸਹੀ ਪ੍ਰਯੋਗ ਕਰਨ ਦੇ ਵਿੱਚ ਵਿਅਕਤੀ ਦੀ ਜਾਂ ਬੱਚੇ ਦੀ ਮਦਦ ਕਰਦਾ ਹੈ। ਦੂਸਰੇ ਪਾਸੇ ਨੋਮ ਚੋਮਸਕੀ ਨੇ ਇੱਕ ਹੋਰ ਧਾਰਨਾ ਦਿੱਤੀ ਯੂਨੀਵਰਸਲ ਗ੍ਰਾਮਰ ਦੀ। ਉਸ ਅਨੁਸਾਰ ਭਾਸ਼ਾ ਤਾਂ ਵੱਖ-ਵੱਖ ਨੇ ਪਰ ਭਾਸ਼ਾ ਦਾ ਜਿਹੜਾ ਵਿਆਕਰਨਿਕ ਨਿਯਮ ਹੈ ਉਹ ਸਾਰੀਆਂ ਹੀ ਭਾਸ਼ਾਵਾਂ ਦੇ ਇੱਕੋ ਜਿਹੇ ਹਨ, ਸਿਰਫ ਭਾਸ਼ਾ ਦੇ ਸ਼ਬਦ ਬਦਲਦੇ ਨੇ। ਤੇ ਜਿਹੜਾ ਬੱਚਾ ਹੈ ਉਸ ਨੂੰ ਵਿਆਕਰਨ ਦੇ ਆਮ ਨਿਯਮਾਂ ਦੀ ਜਾਣਕਾਰੀ ਆਪਣੇ ਆਪ ਹੀ ਹੋ ਜਾਂਦੀ ਹੈ, ਉਸਨੂੰ ਸਿਖਾਉਣਾ ਨਹੀਂ ਪੈਂਦਾ ਹੈ। ਜਿਵੇਂ ਕਿ ਕੋਈ ਬੱਚਾ ਇਹ ਨਹੀਂ ਕਹਿੰਦਾ ਹੈ ਕਿ ਮੈਂ ਜੂਸ ਚਾਹੀਦਾ ਹੈ, ਉਹ ਹਮੇਸ਼ਾ ਇਹੀ ਕਹਿੰਦਾ ਹੈ ਕਿ ਮੈਨੂੰ ਜੂਸ ਚਾਹੀਦਾ ਹੈ। ਤੇ ਜਦੋਂ ਕਿ ਨਾ ਹੀ ਕਿਸੇ ਅਧਿਆਪਕ ਨੇ, ਵੱਡੇ ਨੇ ਜਾਂ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਇਹ ਕਿਹਾ ਹੁੰਦਾ ਹੈ ਕਿ ਬੋਲਣ ਦੇ ਸਮੇਂ ਮੌਖਿਕ ਰੂਪ ਦੇ ਵਿੱਚ ਭਾਸ਼ਾ ਦਾ ਉਚਾਰਨ ਕਰਦੇ ਸਮੇਂ ਤੁਸੀਂ ਆਹ ਸ਼ਬਦ ਇੱਥੇ ਬੋਲਣਾ ਹੈ, ਇਹ ਸ਼ਬਦ ਇੱਥੇ ਬੋਲਣਾ ਹੈ। ਉਹ ਆਪਣੇ ਆਪ ਹੀ ਸਹੀ ਵਿਆਕਰਨ ਦੇ ਨਿਯਮ ਸਿੱਖ ਜਾਂਦਾ ਹੈ ਤੇ ਜਦੋਂ ਉਹ ਸਹੀ ਵਿਆਕਰਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਉਸਦੀ ਭਾਸ਼ਾ ਦੇ ਉੱਤੇ ਪਕੜ ਹੋ ਜਾਂਦੀ ਹੈ ਤੇ ਜਿਸ ਨੂੰ ਕਿ ਫਿਰ ਉਹ ਲਿਖਤੀ ਰੂਪ ਦੇ ਵਿੱਚ ਜਾਂ ਪੜ੍ਹਨ ਦੇ ਸਮੇਂ ਦੇ ਉੱਤੇ ਉਹੀ ਆਪਣੀ ਯੋਗਤਾ ਨੂੰ ਅਪਣਾਉਂਦਾ ਹੈ। ਇਸ ਤੋਂ ਇਲਾਵਾ ਨੋਮ ਚੋਮਸਕੀ ਨੇ ਇਹ ਵੀ ਕਿਹਾ ਹੈ ਕਿ ਹਰੇਕ ਵਿਅਕਤੀ ਜਿਹੜਾ ਹੈ ਉਹ ਭਾਸ਼ਾ ਨੂੰ ਦੋ ਪੱਧਰਾਂ ਦੇ ਉੱਤੇ ਸਿੱਖਦਾ ਹੈ, ਇੱਕ ਸਤਹੀ ਪੱਧਰ ਦੇ ਉੱਤੇ ਤੇ ਇੱਕ ਡੂੰਘੇ ਸਤਹੀ ਪੱਧਰ ਦੇ ਉੱਤੇ। ਜਦੋਂ ਕਿਸੇ ਵਿਅਕਤੀ ਨੂੰ ਭਾਸ਼ਾ ਦੇ ਸਿਰਫ ਸ਼ਬਦਾਂ ਦਾ ਪਤਾ ਹੈ, ਜਿਵੇਂ ਕਿ ਛੋਟਾ ਬੱਚਾ ਹੈ, ਉਹਨੂੰ ਸਿਰਫ ਇਹ ਪਤਾ ਹੈ ਕਿ ਮੈਂ ਮਾਮਾ, ਦਾਦਾ, ਪਾਪਾ, ਨਾਨਾ ਇਹ ਕਹਿਣਾ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਨਾਨਾ ਕੌਣ ਨੇ ਜਾਂ ਦਾਦਾ ਕੌਣ ਨੇ। ਮਤਲਬ ਕਿ ਉਹਨੂੰ ਸਿਰਫ ਸ਼ਬਦ ਗ੍ਰਹਿਣ ਕਰ ਰਿਹਾ ਹੈ, ਸ਼ਬਦਾਂ ਦਾ ਉਚਾਰਨ ਕਰ ਰਿਹਾ ਹੈ, ਤਾਂ ਉਹ ਸਿਰਫ ਸਤਹੀ ਪੱਧਰ ਦੇ ਉੱਤੇ ਭਾਸ਼ਾ ਦਾ ਵਿਕਾਸ ਉਸਦਾ ਹੋ ਰਿਹਾ ਹੈ। ਪਰ ਜਦੋਂ ਬੱਚੇ ਨੂੰ ਸ਼ਬਦਾਂ ਦੇ ਨਾਲ-ਨਾਲ ਅਰਥ ਵੀ ਪਤਾ ਨੇ, ਉਹ ਸ਼ਬਦਾਂ ਦੇ ਨਾਲ-ਨਾਲ ਅਰਥ ਗ੍ਰਹਿਣ ਕਰਨ ਦੀ ਯੋਗਤਾ ਵੀ ਰੱਖ ਰਿਹਾ ਹੈ, ਤਾਂ ਉਹ ਡੂੰਘੇ ਸਤਹੀ ਪੱਧਰ ਦੇ ਉੱਤੇ ਭਾਸ਼ਾ ਦਾ ਵਿਕਾਸ ਕਰ ਰਿਹਾ ਹੈ। ਇਸ ਪ੍ਰਕਾਰ ਨੋਮ ਚੋਮਸਕੀ ਨੇ ਆਪਣੀ ਭਾਸ਼ਾ ਵਿਕਾਸ ਦੇ ਸਿਧਾਂਤ ਦੇ ਵਿੱਚ ਲੈਂਗੁਏਜ ਐਕੁਜੀਸ਼ਨ ਡਿਵਾਈਸ ਨੂੰ ਅਤੇ ਇਨਨੇਟ ਪਾਵਰਸ ਨੂੰ, ਮਤਲਬ ਇੱਕ ਕੁਦਰਤੀ ਰੂਪ ਦੇ ਵਿੱਚ ਜਿਹੜੀਆਂ ਸੁਭਾਵਿਕ ਭਾਸ਼ਾ ਸਿੱਖਣ ਦੀਆਂ ਯੋਗਤਾਵਾਂ ਨੇ ਉਹਨਾਂ ਬਾਰੇ ਵਰਣਨ ਕੀਤਾ ਹੈ। ਪਰ ਇਹਨਾਂ ਦੇ ਉੱਤੇ ਹੀ ਉਸਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਭਾਸ਼ਾ ਮਨੋਵਿਗਿਆਨੀ ਇਹ ਕਹਿੰਦੇ ਹਨ ਕਿ ਜੇਕਰ ਨੋਮ ਚੋਮਸਕੀ ਨੇ ਲੈਂਗੁਏਜ ਐਕੁਜੀਸ਼ਨ ਡਿਵਾਈਸ ਦੀ ਗੱਲ ਕੀਤੀ ਹੈ ਤਾਂ ਫਿਰ ਉਹ ਲੈਂਗੁਏਜ ਐਕੁਜੀਸ਼ਨ ਡਿਵਾਈਸ ਕਿੱਥੇ ਹੈ? ਜੇਕਰ ਉਹ ਹੈ ਤਾਂ ਫਿਰ ਉਹ ਇਹ ਵੀ ਕਿਉਂ ਕਹਿ ਰਿਹਾ ਹੈ ਕਿ ਹੌਲੀ-ਹੌਲੀ ਇਸ ਦੀ ਜਿਹੜੀ ਕੰਮ ਕਰਨ ਦੀ ਯੋਗਤਾ ਹੈ ਉਹ ਘਟਦੀ ਜਾ ਰਹੀ ਹੈ। ਪਰ ਨੋਮ ਚੋਮਸਕੀ ਨੂੰ ਆਪਣੇ ਲੈਂਗੁਏਜ ਐਕੁਜੀਸ਼ਨ ਡਿਵਾਈਸ ਕਰਕੇ ਹੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਭਾਸ਼ਾ ਮਨੋਵਿਗਿਆਨੀ ਇਹ ਕਹਿੰਦੇ ਹਨ ਕਿ ਜੇਕਰ ਕੋਈ ਅਜਿਹਾ ਡਿਵਾਈਸ ਹੈ, ਅਜਿਹਾ ਜੰਤਰ ਮਨੁੱਖ ਦੇ ਦਿਮਾਗ ਵਿੱਚ ਹੈ ਤਾਂ ਫਿਰ ਉਹ ਨਿਊਰੋ ਸਾਇੰਟਿਸਟ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਹੈ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਅਗਲੇ ਸਿਧਾਂਤ ਦੀ, ਜਿਹੜਾ ਕਿ ਦਿੱਤਾ ਹੋਇਆ ਹੈ ਵਾਈਗੋਸਕੀ ਦੁਆਰਾ ਸਮਾਜਿਕ ਸੰਪਰਕਤਾ ਦਾ ਸਿਧਾਂਤ। ਵਾਈਗੋਸਕੀ ਦੇ ਅਨੁਸਾਰ ਮਨੁੱਖ
ਮਨੁੱਖ ਵਿੱਚ ਭਾਸ਼ਾ ਦਾ ਵਿਕਾਸ ਸਮਾਜਿਕ ਸੰਪਰਕ ਦੇ ਨਾਲ ਹੁੰਦਾ ਹੈ। ਜਿਵੇਂ ਜਿਵੇਂ ਕੋਈ ਵੀ ਵਿਅਕਤੀ ਸਮਾਜ ਦੇ ਸੰਪਰਕ ਵਿੱਚ ਆਉਂਦਾ ਹੈ ਜਾਂ ਸਮਾਜ ਦੇ ਵਿੱਚ ਜਾਂ ਆਪਣੇ ਆਲੇ ਦੁਆਲੇ ਵਿੱਚ ਜੋ ਲੋਕ ਨੇ ਜਾਂ ਵਸਤੂਆਂ ਨੇ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ, ਉਸ ਦੇ ਨਾਲ ਹੀ ਉਹਦੀ ਭਾਸ਼ਾ ਦਾ ਵਿਕਾਸ ਹੁੰਦਾ ਹੈ। ਵਾਈਗੋਸਕੀ ਦੇ ਅਨੁਸਾਰ ਕਿਸੇ ਵੀ ਬੱਚੇ ਨੂੰ ਪਹਿਲਾਂ ਭਾਸ਼ਾ ਆਉਂਦੀ ਹੈ, ਫਿਰ ਉਸ ਨੂੰ ਵਿਚਾਰ ਆਉਂਦੇ ਹਨ ਤੇ 3 ਸਾਲ ਤੱਕ ਬੱਚੇ ਦੀ ਭਾਸ਼ਾ ਤੇ ਵਿਚਾਰ ਵੱਖ-ਵੱਖ ਹੁੰਦੇ ਹਨ, ਪਰ 3 ਸਾਲ ਦੀ ਉਮਰ ਤੋਂ ਬਾਅਦ ਵਿਚਾਰ ਅਤੇ ਭਾਸ਼ਾ ਅਭੇਦ ਹੋ ਜਾਂਦੇ ਹਨ, ਇੱਕ ਦੂਸਰੇ ਦੇ ਵਿੱਚ ਸਮਾ ਜਾਂਦੇ ਹਨ। ਵਾਈਗੋਸਕੀ ਨੇ ਇੱਕ ਧਾਰਨਾ ਦਿੱਤੀ ਸੀ ਸਕਾਫੋਲਡਿੰਗ ਦੀ। ਸਕਾਫੋਲਡਿੰਗ ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਜਾਂ ਕਿਸੇ ਵੀ ਬੱਚੇ ਨੂੰ ਅਸੀਂ ਕੋਈ ਵੀ ਕਾਰਜ ਸਿਖਾਉਣ ਦੇ ਸਮੇਂ ਉਨੀ ਦੇਰ ਤੱਕ ਉਸ ਦੀ ਮਦਦ ਕਰਨੀ ਹੈ ਜਿੰਨੀ ਦੇਰ ਤੱਕ ਕਿ ਉਸ ਵਿੱਚ ਨਿਪੁੰਨਤਾ ਹਾਸਲ ਨਹੀਂ ਕਰ ਲੈਂਦਾ ਹੈ, ਮਤਲਬ ਕਿ ਉਹਦੀ ਉਸ ਵਿੱਚ ਮਾਸਟਰੀ ਨਹੀਂ ਹੋ ਜਾਂਦੀ ਹੈ। ਜਦੋਂ ਉਹਦੀ ਉਸ ਦੇ ਵਿੱਚ ਨਿਪੁੰਨਤਾ ਹਾਸਲ ਹੋ ਜਾਏ ਤਾਂ ਆਪਣੀ ਸਕਾਫੋਲਡਿੰਗ ਨੂੰ ਉਦੋਂ ਤੋਂ ਹਟਾ ਦਿਓ। ਇਹੀ ਸਿਧਾਂਤ ਨੂੰ ਵਾਈਗੋਸਕੀ ਨੇ ਭਾਸ਼ਾ ਸਿੱਖਣ ਦੇ ਵਿੱਚ ਵੀ ਲਾਗੂ ਕੀਤਾ ਹੈ। ਵਾਈਗੋਸਕੀ ਅਨੁਸਾਰ ਜਿੰਨੀ ਦੇਰ ਤੱਕ ਕੋਈ ਵੀ ਬੱਚਾ ਭਾਸ਼ਾ ਚੰਗੀ ਤਰ੍ਹਾਂ ਲਿਖਣ, ਪੜ੍ਹਨ, ਬੋਲਣ ਦੇ ਯੋਗ ਨਹੀਂ ਹੋ ਜਾਂਦਾ ਜਾਂ ਉਸ ਦੇ ਅੰਦਰ ਅਜਿਹੀ ਸਮਰੱਥਾ ਨਹੀਂ ਪੈਦਾ ਹੋ ਜਾਂਦੀ ਹੈ, ਉਨੀ ਦੇਰ ਤੱਕ ਬੱਚੇ ਦੀ ਭਾਸ਼ਾ ਸਿੱਖਣ ਦੇ ਵਿੱਚ ਮਦਦ ਕਰੋ ਤੇ ਜਦੋਂ ਬੱਚੇ ਨੂੰ ਭਾਸ਼ਾ ਆ ਜਾਏ ਤਾਂ ਉਸ ਨੂੰ ਉਹ ਵਾਲੀ ਮਦਦ ਹਟਾ ਦਿਓ, ਕਿਉਂਕਿ ਅਗਲੀ ਯੋਗਤਾ ਉਹ ਆਪਣੇ ਆਪ ਆਪਣੇ ਵਿੱਚ ਜਾਂ ਅਗਲੀ ਸਮਰੱਥਾ ਉਹ ਆਪਣੇ ਆਪ ਆਪਣੇ ਵਿੱਚ ਪੈਦਾ ਕਰੇਗਾ। ਵਾਈਗੋਸਕੀ ਅਨੁਸਾਰ ਬੱਚਾ ਪਹਿਲਾਂ ਆਪਣੇ ਆਲੇ ਦੁਆਲੇ ਤੋਂ ਜੋ ਉਚਾਰਿਤ ਧੁਨੀਆਂ ਸੁਣਦਾ ਹੈ, ਉਹਨਾਂ ਧੁਨੀਆਂ ਦੇ ਅਨੁਸਾਰ ਉਹ ਆਪਣੇ ਸ਼ਬਦਾਂ ਦਾ ਉਚਾਰਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਉਹ ਛੋਟੇ-ਛੋਟੇ ਸ਼ਬਦ ਬੋਲਦਾ ਹੈ, ਫਿਰ ਵੱਡੇ ਸ਼ਬਦ ਬੋਲਦਾ ਹੈ, ਫਿਰ ਛੋਟੇ-ਛੋਟੇ ਵਾਕ ਬੋਲਦਾ ਹੈ ਤੇ ਫਿਰ ਵੱਡੇ ਵਾਕਾਂ ਵੱਲ ਨੂੰ ਆਉਂਦਾ ਹੈ ਤੇ ਜਦੋਂ ਉਹ ਵਿਆਕਰਨ ਦੇ ਸਹੀ ਨਿਯਮਾਂ ਦੇ ਅਨੁਸਾਰ ਵਾਕ ਬੋਲਣ ਦੇ ਯੋਗ ਹੋ ਜਾਂਦਾ ਹੈ ਤਾਂ ਉਸ ਪੜਾਅ ਨੂੰ ਵਾਈਗੋਸਕੀ ਨੇ ਪ੍ਰੈਗਮੈਟਿਕ ਆਫ ਲੈਂਗੁਏਜ ਦਾ ਨਾਮ ਦਿੱਤਾ ਹੈ। ਉਸ ਅਨੁਸਾਰ ਇਹ ਇੱਕ ਤਰ੍ਹਾਂ ਦੇ ਨਾਲ ਬੱਚੇ ਦੇ ਉਹ ਵਾਲਾ ਪੜਾਅ ਹੈ ਜਿਸ ਵਿੱਚ ਉਸ ਨੂੰ ਵਾਕ ਨੂੰ ਕਿਸ ਤਰ੍ਹਾਂ ਵਿਵਹਾਰਿਕ ਪ੍ਰਯੋਗ ਵਿੱਚ ਲੈ ਕੇ ਆਉਣਾ ਹੈ ਉਹ ਸਿੱਖ ਜਾਂਦਾ ਹੈ। ਵਾਈਗੋਸਕੀ ਨੇ ਗੱਲਬਾਤ ਦੇ ਜਾਂ ਆਪਸੀ ਸੰਵਾਦ ਦੇ ਵੀ 3 ਢੰਗਾਂ ਦੀ ਗੱਲ ਕੀਤੀ ਹੈ। ਉਸ ਅਨੁਸਾਰ ਭਾਸ਼ਾ ਦੇ ਵਿਕਾਸ ਦੇ ਸਮੇਂ ਕੋਈ ਵੀ ਵਿਅਕਤੀ 3 ਢੰਗਾਂ ਦੇ ਨਾਲ ਸੰਵਾਦ ਕਰਦਾ ਹੈ। ਪਹਿਲਾ ਸਮਾਜਿਕ ਸੰਵਾਦ, ਦੂਸਰਾ ਨਿੱਜੀ ਸੰਵਾਦ ਤੇ ਤੀਸਰਾ ਅੰਦਰੂਨੀ ਸੰਵਾਦ। ਸਮਾਜਿਕ ਸੰਵਾਦ ਉਹ ਜਦੋਂ ਕਿ ਮਨੁੱਖ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ, ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕਾਂ ਦੇ ਨਾਲ ਜਾਂ ਵਸਤੂਆਂ ਦੇ ਸੰਪਰਕ ਵਿੱਚ ਆਉਂਦਾ ਹੈ ਤੇ ਉਹਨਾਂ ਨਾਲ ਗੱਲਬਾਤ ਕਰਦਾ ਹੈ, ਉਹ ਹੈ ਉਹਦਾ ਸਮਾਜਿਕ ਸੰਵਾਦ, ਜਿਸ ਤੋਂ ਕਿ ਉਹ ਸਭ ਤੋਂ ਜ਼ਿਆਦਾ ਭਾਸ਼ਾ ਸਿੱਖਦਾ ਹੈ। ਦੂਸਰਾ ਹੈ ਨਿੱਜੀ ਸੰਵਾਦ। ਨਿੱਜੀ ਸੰਵਾਦ ਜਿਸ ਨੂੰ ਕਿ ਅਸੀਂ ਅੰਗਰੇਜ਼ੀ ਦੇ ਵਿੱਚ ਸੈਲਫ ਟਾਕ ਵੀ ਕਹਿੰਦੇ ਹਾਂ। 3 ਸਾਲ ਤੋਂ ਬਾਅਦ ਬੱਚਾ ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਹੋ ਜਾਂਦਾ ਹੈ। ਤੁਸੀਂ ਵੀ ਕਦੀ ਦੇਖਿਆ ਹੋਵੇਗਾ ਕਿ ਬੱਚਾ ਜਦੋਂ ਕਾਰਟੂਨ ਦੇਖ ਰਿਹਾ ਹੈ ਤਾਂ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ। ਜਦੋਂ ਉਹ ਘਰ ਖੇਡ ਰਿਹਾ ਹੈ ਤਾਂ ਉਹ ਇਕੱਲਾ ਹੀ ਬਹੁਤ ਸਾਰੇ ਰੋਲ ਨਿਭਾ ਰਿਹਾ ਹੁੰਦਾ ਹੈ। ਇਸ ਪ੍ਰਕਾਰ ਬੱਚੇ ਦੇ ਅੰਦਰ ਇੰਨੀ ਯੋਗਤਾ ਪੈਦਾ ਹੋ ਜਾਂਦੀ ਹੈ ਕਿ ਉਸ ਨੂੰ ਭਾਸ਼ਾ ਆ ਚੁੱਕੀ ਹੁੰਦੀ ਹੈ, ਉਸਦੇ ਵਿਚਾਰ ਵੀ ਆ ਰਹੇ ਹੁੰਦੇ ਨੇ, ਪਰ ਉਹ ਕਿਸੇ ਹੋਰ ਦੇ ਨਾਲ ਮੌਖਿਕ ਰੂਪ 'ਚ ਉੱਚੀ ਗੱਲਾਂ ਨਹੀਂ ਕਰਦਾ, ਉਹ ਆਪਣੇ ਆਪ ਦੇ ਨਾਲ ਹੀ ਗੱਲਾਂ ਕਰਦਾ ਹੈ। ਤੇ ਤੀਸਰਾ ਸੰਵਾਦ ਹੈ ਅੰਦਰੂਨੀ ਸੰਵਾਦ। ਇਹ ਉਹ ਵਾਲਾ ਸੰਵਾਦ ਹੈ ਜਦੋਂ ਮਨੁੱਖ ਦੇ ਵਿਚਾਰ ਤੇ ਭਾਸ਼ਾ ਆਪਸ ਦੇ ਵਿੱਚ ਅਭੇਦ ਹੋ ਜਾਂਦੇ ਹਨ। ਮਨੁੱਖ ਦੇ ਅੰਤਰਮਨ ਦੇ ਵਿੱਚ ਜੋ ਚੱਲ ਰਿਹਾ ਹੈ ਉਹ ਵਿਚਾਰਾਂ ਤੇ ਭਾਸ਼ਾ ਦੀ ਸੰਗ੍ਰਹਿ ਦੇ ਨਾਲ ਚੱਲ ਰਿਹਾ ਹੈ। ਜਿਵੇਂ ਕਿ ਇਸ ਟਾਈਮ ਤੇ ਮੈਂ ਵੀ ਕੈਮਰੇ ਦੇ ਸਾਹਮਣੇ ਹਾਂ, ਮੂੰਹ ਦੇ ਉੱਤੋਂ ਉਚਾਰ ਕੁਝ ਹੋ ਰਹੀਆਂ ਪਰ ਅੰਤਰਮਨ ਦੇ ਵਿੱਚ ਮੇਰੇ ਵੀ ਬਹੁਤ ਸਾਰੇ ਵਿਚਾਰ ਚੱਲ ਰਹੇ ਨੇ, ਉਹ ਹੈ ਮੇਰਾ ਅੰਦਰੂਨੀ ਸੰਵਾਦ। ਇਸ ਪ੍ਰਕਾਰ ਵਾਈਗੋਸਕੀ ਨੇ ਆਪਣੇ ਸਮਾਜਿਕ ਸੰਪਰਕਤਾ ਦੇ ਸਿਧਾਂਤ ਰਾਹੀਂ ਭਾਸ਼ਾ ਦੇ ਵਿਕਾਸ ਬਾਰੇ ਗੱਲ ਕੀਤੀ ਹੈ। ਤੇ ਆਖਰੀ ਅਸੀਂ ਗੱਲ ਕਰਾਂਗੇ ਜੀਨ ਪਿਆਜੇ ਦੇ ਬੁੱਧਮਤਾ ਦੇ ਸਿਧਾਂਤ ਦੀ। ਜਿਵੇਂ ਕਿ ਵਾਈਗੋਸਕੀ ਨੇ ਕਿਹਾ ਕਿ ਬੱਚੇ ਨੂੰ ਪਹਿਲਾਂ ਭਾਸ਼ਾ ਆਉਂਦੀ ਹੈ ਤੇ ਫਿਰ ਉਸ ਨੂੰ ਵਿਚਾਰ ਆਉਂਦੇ ਹਨ, ਇਸ ਦੇ ਉਲਟ ਜੀਨ ਪਿਆਜੇ ਨੇ ਕਿਹਾ ਕਿ ਪਹਿਲਾਂ ਬੱਚੇ ਨੂੰ ਵਿਚਾਰ ਆਉਂਦੇ ਹਨ ਤੇ ਫਿਰ ਉਹ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਭਾਸ਼ਾ ਸਿੱਖ ਕੇ ਕਰਦਾ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀਨ ਪਿਆਜੇ ਦੁਆਰਾ ਦਿੱਤੇ ਗਏ ਬੁੱਧਮਤਾ ਦੇ ਸਿਧਾਂਤ ਦੀ। ਜਿਵੇਂ ਕਿ ਵਾਈਗੋਸਕੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪਹਿਲਾਂ ਭਾਸ਼ਾ ਆਉਂਦੀ ਹੈ ਤੇ ਫਿਰ ਵਿਚਾਰ ਆਉਂਦੇ ਹਨ, ਉਸੇ ਤਰ੍ਹਾਂ ਜੀਨ ਪਿਆਜੇ ਦੇ ਕਹਿਣਾ ਹੈ ਕਿ ਪਹਿਲਾਂ ਬੱਚੇ ਨੂੰ ਵਿਚਾਰ ਆਉਂਦੇ ਹਨ ਤੇ ਉਸ ਤੋਂ ਬਾਅਦ ਉਹਦੀ ਭਾਸ਼ਾ ਦਾ ਵਿਕਾਸ ਹੁੰਦਾ ਹੈ। ਜੀਨ ਪਿਆਜੇ ਨੇ ਬਹੁਤ ਸਾਰੇ ਮਾਨਸਿਕ ਢਾਂਚਿਆਂ ਦੀ ਵਿਆਖਿਆ ਕੀਤੀ ਹੈ ਜਿਸ ਨੂੰ ਕਿ ਉਹਨੇ ਸਕੀਮਾ ਦਾ ਨਾਮ ਦਿੱਤਾ ਹੈ। ਜੀਨ ਪਿਆਜੇ ਦੇ ਅਨੁਸਾਰ ਕੋਈ ਵੀ ਵਿਅਕਤੀ ਜਦੋਂ ਆਪਣੇ ਆਸ-ਪਾਸ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਉਹ ਉਹਨਾਂ ਸੰਬੰਧੀ ਬਹੁਤ ਸਾਰੇ ਆਪਣੇ ਸਕੀਮਾਸ ਬਣਾ ਲੈਂਦਾ ਹੈ ਤੇ ਉਹ ਸਕੀਮਾਸ ਕਦੀ ਅਸਿਮੀਲੇਟ ਹੋ ਕੇ ਤੇ ਕਦੀ ਅਕਮੋਡੇਟ ਹੋ ਕੇ ਨਵਾਂ ਰੂਪ ਧਾਰਨ ਕਰ ਲੈਂਦੇ ਹਨ। ਜਿਵੇਂ ਕਿ ਅਗਰ ਅਸੀਂ ਛੋਟੇ ਬੱਚੇ ਨੂੰ ਹੀ ਸਿਖਾਉਂਦੇ ਹਾਂ ਕਿ ਬਹੂ ਇੱਕ ਉਸ ਲਈ ਇੱਕ ਜਾਨਵਰ ਹੈ ਤੇ ਜਿੰਨੀ ਦੇਰ ਤੱਕ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਕੁੱਤਾ ਵੀ ਬਹੂ ਹੈ ਤੇ ਬਿੱਲੀ ਵੀ ਬਹੂ ਹੈ ਤੇ ਉਹਨਾਂ ਵਿਚਲਾ ਭੇਦ ਉਹਨੂੰ ਸਮਝ ਨਹੀਂ ਆਉਂਦਾ ਹੈ, ਉਨੀ ਦੇਰ ਤੱਕ ਉਸ ਦੀ ਉਹੀ ਧਾਰਨਾ ਅੱਗੇ ਵੱਧਦੀ ਜਾਂਦੀ ਹੈ। ਤੇ ਜਿਉਂ ਹੀ ਉਹਨੂੰ ਆਪਸੀ ਜਾਨਵਰਾਂ ਦੇ ਆਪਸੀ ਭੇਦ ਬਾਰੇ ਸਮਝ ਆਉਣ ਲੱਗਦੀ ਹੈ, ਉਸ ਤੋਂ ਬਾਅਦ ਉਸਦੇ ਨਵੇਂ ਸਕੀਮਾਸ
ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਹਨ। ਤੇ ਇਹੀ ਧਾਰਨਾ ਉਹ ਪੜ੍ਹਨ ਅਤੇ ਲਿਖਣ ਕੌਸ਼ਲ ਉੱਤੇ ਲਾਗੂ ਕਰਦਾ ਹੈ ਕਿ ਜਿਵੇਂ ਕਿ ਅਸੀਂ ਜੇਕਰ ਬੱਚੇ ਨੂੰ ਥੋੜ੍ਹਾ ਜਿਹਾ ਹੀ ਆਉਂਦਾ ਹੈ ਤਾਂ ਜੇਕਰ ਉਹਨੂੰ ਨਿਊਜ਼ਪੇਪਰ ਵੀ ਫੜਾ ਦਿੱਤੀ ਜਾਏ ਤਾਂ ਉਹੀ ਪੜ੍ਹੇਗਾ ਜੋ ਉਹਨੂੰ ਆਉਂਦਾ ਹੈ ਤੇ ਉਹੀ ਲਿਖੇਗਾ ਜੋ ਉਹਨੇ ਲਿਖਣਾ ਹੈ। ਇਸ ਪ੍ਰਕਾਰ ਜੀਨ ਪਿਆਜੇ ਨੇ ਸਕੀਮਾਂ ਦੇ ਰਾਹੀਂ ਭਾਸ਼ਾ ਦੇ ਵਿਕਾਸ ਦੀ ਗੱਲ ਕੀਤੀ ਹੈ ਤੇ ਇਸ ਤੋਂ ਇਲਾਵਾ ਇਸ ਵਿੱਚ ਉਸਨੇ ਪਰਿਪੱਕਤਾ, ਅਨੁਭਵ ਅਤੇ ਸੰਤੁਲਨ ਦੇ ਪ੍ਰਭਾਵ ਨੂੰ ਵੀ ਕਬੂਲਿਆ ਹੈ। ਸੋ ਅੱਜ ਅਸੀਂ ਭਾਸ਼ਾ ਦੇ ਵਿਕਾਸ ਦੇ ਮਨੋਵਿਗਿਆਨਿਕ ਸਿਧਾਂਤਾਂ ਬਾਰੇ ਚਰਚਾ ਕੀਤੀ। ਧੰਨਵਾਦ।